ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣ ਪੈਂਤੜਾ ਬਿਜਲੀ ਤਾਰਾਂ ਵਿੱਚ ਕਟੌਤੀ ਦਾ ਫੰਡਾ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਚੋਣਾਂ ਛੋਟੀਆਂ ਹੋਣ ਜਾਂ ਵੱਡੀਆਂ, ਹਰ ਚੋਣਾਂ ਵਿੱਚ ਜਿਹੜਾ ਬਿਜਲੀ ਬਿੱਲਾਂ ਦਾ ਮੁੱਦਾ ਜਿਹੜਾ ਹੈ ਉੱਭਰ ਕੇ ਸਾਹਮਣੇ ਆਉਂਦਾ ਹੈ। ਜੇਕਰ ਗੱਲ ਕਰੀਏ ਇਹ ਮੌਜੂਦਾ ਪੰਜਾਬ ਸਰਕਾਰ ਦੇ ਆਖਰੀ ਵਰ੍ਹੇ ਦੀ, ਇਸ ਵਾਰ ਵੀ ਜਿਹੜਾ ਹੈਗਾ ਬਿਜਲੀ ਬਿੱਲਾਂ ਦਾ ਮੁੱਦਾ ਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆ ਰਿਹਾ, ਜਿਸ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਵੀ ਜਿਹੜਾ ਹੈਗਾ 1 ਅਪ੍ਰੈਲ ਤੋਂ ਬਿਜਲੀ ਦਰਾਂ ਵਿੱਚ ਕਟੌਤੀ ਦੀ ਫੈਸਲਾ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਇਹ ਚੋਣਾਂ ਦੇ ਨਜ਼ਦੀਕ ਆਉਂਦਿਆਂ ਜਿਹੜਾ ਹੈਗਾ ਸਰਕਾਰਾਂ ਇਸ ਤਰ੍ਹਾਂ ਦੀ ਕਟੌਤੀਆਂ ਕਿਉਂ ਕਰਦੀਆਂ ਨੇ? ਦੇਖੋ ਵੀ ਜਿਹੜੀ ਮੌਜੂਦਾ ਕੈਪਟਨ ਸਰਕਾਰ ਹੈਗੀ ਹੈ, ਇਹਦਾ ਇਹ ਕਾਰਜਕਾਲ ਦਾ ਜਿਹੜਾ ਆਖਰੀ ਸਾਲ ਹੈ ਜੀ। ਅਤੇ ਚੋਣਾਂ ਤੋਂ ਪਹਿਲਾਂ, ਕਿਉਂਕਿ ਫਰਵਰੀ 'ਚ ਚੋਣਾਂ ਹੋਣੀਆਂ ਅਗਲੇ ਵਰ੍ਹੇ, ਬਿਲਕੁਲ। ਅਤੇ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਹੈ ਉਹਨੇ ਜਿਹੜੀਆਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰਨ ਦਾ ਜਿਹੜਾ ਇੱਕ ਫੈਸਲਾ ਕੀਤਾ ਹੈ ਜੀ ਔਰ ਜਿਹਦੀ ਸੰਭਾਵਨਾ ਹੈ ਕਿ 1 ਅਪ੍ਰੈਲ ਤੋਂ ਲਾਗੂ ਹੋ ਜਾਵੇ। ਜੀ ਦੇਖੋ, ਕੋਈ ਵੀ ਲੋਕ ਰਾਜੀ ਸਰਕਾਰ ਹੈਗੀ ਹੈ, ਅਸੀਂ ਉਹਨੂੰ ਜਿਹੜਾ ਲਕਬ ਦਿੰਦੇ ਹਾਂ ਉਹ ਵੈਲਫੇਅਰ ਸਟੇਟ ਆਖਦੇ ਹਾਂ। ਜੀ ਅਸੀਂ ਵੋਟ ਦਿੰਦੇ ਹਾਂ, ਅਸੀਂ ਟੈਕਸ ਦਿੰਦੇ ਹਾਂ, ਬਿਲਕੁਲ। ਅਤੇ ਅਸੀਂ ਐਕਸਪੈਕਟ ਕਰਦੇ ਹਾਂ ਸਰਕਾਰਾਂ ਤੋਂ, ਵੈਲਫੇਅਰ ਸਟੇਟ ਤੋਂ, ਜੀ ਕਿ ਉਹ ਲੋਕਾਂ ਦਾ ਜਿਹੜਾ ਜ਼ਿੰਦਗੀ ਦੇ ਜਿਉਣਯੋਗ ਹਾਲਾਤ ਹੈ ਜਿਹੜੇ ਉਹ ਬਣਾਵੇ, ਜੀ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ ਉਸ ਦੇ ਵਿੱਚ ਸੁਧਾਰ ਕਰੇ। ਜੀ ਬਿਲਕੁਲ। ਪਰ ਪਿਛਲੇ ਕੁਝ ਅਰਸੇ ਤੋਂ ਇੰਨਾ ਨਿਘਾਰ ਸਾਡੇ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਆ ਗਿਆ ਹੈਗਾ ਕਿ ਜਿਹੜੀਆਂ ਸਰਕਾਰਾਂ ਨੇ ਉਹ 4 ਸਾਲ ਬਿਲਕੁਲ ਚੁੱਪ ਰਹਿੰਦੀਆਂ ਨੇ ਔਰ ਚੋਣਾਂ ਵਾਲੇ ਵਰ੍ਹੇ ਦੇ ਵਿੱਚ ਉਹਨਾਂ ਦੀ ਜਿਹੜੀ ਜਾਗ ਹੈ ਉਹ ਖੁੱਲ੍ਹਦੀ ਹੈ। ਜੀ ਸੋ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਇਹ ਵੋਟ ਤੰਤਰ ਹੋ ਗਿਆ, ਕਿ ਵੋਟਾਂ ਦੇ ਐਂਗਲ ਤੋਂ ਜਿਹੜੀਆਂ ਸਰਕਾਰਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਗਿਆ। ਜੀ। ਪਰ ਲੋਕ ਫਿਰ ਵੀ ਦਿਆਨਤਦਾਰੀ ਨਾਲ ਹਰ 5 ਸਾਲਾਂ ਬਾਅਦ ਆਪਣੀ ਵੋਟ ਕਿਸੇ ਨਾ ਕਿਸੇ ਧਿਰ ਦੇ ਪਾਲੇ 'ਚ ਸਿੱਟਦੇ ਨੇ। ਜੀ ਤਾਂ ਜਿਹੜਾ ਹੁਣ ਤੁਸੀਂ ਗੱਲ ਤੋਰੀ ਹੈ ਬਿਜਲੀ ਦਰਾਂ ਦੀ, ਜੀ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਅਰਸੇ ਤੋਂ ਖਾਸ ਕਰਕੇ ਜਦੋਂ ਦੇ ਪ੍ਰਾਈਵੇਟ ਥਰਮਲ ਪਲਾਂਟ ਆਏ ਨੇ, ਜੀ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੀ ਬਿਜਲੀ ਦਰਾਂ ਦੇ ਵਿੱਚ ਜਿਹੜੀ ਮਹਿੰਗੀ ਬਿਜਲੀ ਹੈ ਉਹ ਮੁੱਖ ਮੁੱਦਾ ਬਣੀ ਹੈ। ਬਿਲਕੁਲ। ਚੋਣ ਚਾਹੇ ਮਿਊਨਿਸਪੈਲਿਟੀ ਦੀ ਹੋਵੇ, ਚਾਹੇ ਲੋਕ ਸਭਾ ਦੀ ਹੋਵੇ, ਅਤੇ ਚਾਹੇ ਵਿਧਾਨ ਸਭਾ ਦੀ, ਜੀ ਅਤੇ ਹਮੇਸ਼ਾ ਲੋਕਾਂ ਨੇ ਇਹਨਾਂ ਚੋਣਾਂ ਦੇ ਟਾਈਮ ਜਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨੂੰ ਇੱਕ ਮੂਲ ਮੁੱਦੇ ਦੇ ਤੌਰ 'ਤੇ ਬਿਜਲੀ ਦਰਾਂ ਨੂੰ ਉਠਾਇਆ, ਮਹਿੰਗੀ ਬਿਜਲੀ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ। ਜੀ ਤਾਂ ਹੁਣ ਵੀ ਸਰਕਾਰ ਨੇ ਪਿਛਲੇ ਟਾਈਮ ਤੋਂ ਕਿਹਾ ਜਾ ਰਿਹਾ ਸੀਗਾ ਸਰਕਾਰਾਂ ਨੂੰ ਕਿ ਤੁਸੀਂ ਮਹਿੰਗੀ ਬਿਜਲੀ ਦਾ ਇੱਕ, ਜਿਸ ਤਰ੍ਹਾਂ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਸਰਕਾਰ ਨੇ ਕਿਹਾ ਸੀ ਜੀ ਕਿ ਅਸੀਂ ਆਪਣੀ ਜਿਹੜੀਆਂ ਬਿਜਲੀ ਦੀਆਂ ਦਰਾਂ ਨੇ ਉਹ ਸਥਿਰ ਰੱਖਾਂਗੇ, ਖਾਸ ਕਰਕੇ ਜਿਹੜੇ ਪ੍ਰਾਈਵੇਟ ਥਰਮਲਾਂ ਨਾਲ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਹੋਏ ਆ ਬਿਜਲੀ ਦੇ, ਉਹਨਾਂ ਨੂੰ ਰਿਵਿਊ ਕਰਾਂਗੇ। ਤਾਂ ਲੋਕ ਐਕਸਪੈਕਟ ਕਰਦੇ ਸੀ ਕਿ ਸਰਕਾਰ ਕੁਝ ਕਰੇਗੀ ਔਰ ਜਿਹੜੀ ਬਿਜਲੀ ਹੈ ਪੰਜਾਬ ਦੇ ਵਿੱਚ ਉਹ ਸਸਤੀ ਹੋਵੇਗੀ। ਜੀ ਪਰ ਹੁਣ ਪਾਵਰਕੌਮ ਦਾ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੀ ਬੋਰਡ ਆਫ ਡਾਇਰੈਕਟਰ ਹੈ ਜੀ ਉਹਨਾਂ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜਾ ਰੈਗੂਲੇਟਰੀ ਕਮਿਸ਼ਨ ਹੈ ਸਾਡਾ ਪੰਜਾਬ ਦਾ, ਜੀ ਬਿਜਲੀ ਬੋਰਡ ਦਾ, ਇੰਡੀਪੈਂਡੈਂਟ ਹੈ ਜਿਹੜਾ, ਉਹਦੇ ਕੋਲੇ ਅਪਰੋਚ ਕੀਤੀ ਹੈ, ਤਜਵੀਜ਼ ਦਿੱਤੀ ਹੈ ਕਿ ਇਸ ਸਾਲ ਹੈ ਜਿਹੜੀਆਂ ਬਿਜਲੀ ਦੀਆਂ ਦਰਾਂ ਨੇ ਉਹਦੇ ਵਿੱਚ ਕੋਈ ਵਾਧਾ ਨਾ ਕੀਤਾ ਜਾਵੇ, ਬਲਕਿ ਬਿਜਲੀ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਜਿਹੜੀ ਪ੍ਰਪੋਜ਼ਲ ਹੈ ਉਹ ਰੈਗੂਲੇਟਰੀ ਕਮਿਸ਼ਨ ਦੇ ਕੋਲ ਭੇਜੀ ਗਈ ਹੈ। ਸੋ ਇੱਕ ਗੱਲ ਤੈਅ ਹੈ ਕਿ ਜਿਹੜਾ ਨਵਾਂ ਫਾਈਨੈਂਸ਼ੀਅਲ ਈਅਰ 1 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ ਉਹਦੇ ਵਿੱਚ ਥੋੜ੍ਹੀ ਬਹੁਤੀ ਰਾਹਤ ਹੈ ਜਿਹੜੀ ਸਾਡੇ ਖਪਤਕਾਰਾਂ ਨੂੰ ਮਿਲੇਗੀ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਚੋਣਾਂ ਨੂੰ ਦੇਖਦੇ ਹੋਏ ਜਿਹੜਾ ਡੋਮੈਸਟਿਕ ਘਰੇਲੂ ਬਿਜਲੀ ਹੈ ਉਹਦੇ ਵਿੱਚ 25 ਪੈਸੇ ਤੋਂ ਲੈ ਕੇ ਜਿਹੜਾ 50 ਪੈਸੇ ਪ੍ਰਤੀ ਯੂਨਿਟ ਹੈ ਜਿਹੜੀ ਉਹਦੇ ਵਿੱਚ ਕੋਈ ਕੱਟ ਲਾਏਗੀ, ਕਟੌਤੀ ਕਰੇਗੀ। ਪਰ ਇਹ ਕਟੌਤੀ ਸਿਰਫ ਡੋਮੈਸਟਿਕ ਦੇ ਉਹਨਾਂ ਖਪਤਕਾਰਾਂ ਨੂੰ ਇਸ ਚੀਜ਼ ਦਾ ਲਾਭ ਮਿਲੇਗਾ ਜਿਨ੍ਹਾਂ ਦੀ ਬਿਜਲੀ ਦੀ ਜਿਹੜੀ ਖਪਤ ਹੈ ਉਹ 300 ਯੂਨਿਟ ਹੋਏਗੀ। ਜਿਨ੍ਹਾਂ ਦੀ ਵੱਡੀ ਖਪਤ ਹੈ ਉਹਨਾਂ ਨੂੰ ਇਹ ਲਾਭ ਨਹੀਂ ਮਿਲੇਗਾ। ਕੈਪਟਨ ਸਰਕਾਰ ਨੇ ਪਿਛਲੇ ਸਾਲ ਵੀ ਬਿਜਲੀ ਦਰਾਂ ਦੇ ਵਿੱਚ ਥੋੜ੍ਹੀ ਜਿਹੀ ਕਟੌਤੀ ਕੀਤੀ ਸੀਗੀ, ਤਾਂ ਜਿਹਦੇ ਨਾਲ ਖਪਤਕਾਰਾਂ ਨੂੰ ਤਕਰੀਬਨ 350 ਕਰੋੜ ਰੁਪਏ ਦਾ ਥੋੜ੍ਹਾ ਜਿਹਾ ਰਿਲੀਫ ਵੀ ਮਿਲਿਆ ਸੀਗਾ। ਪਰ ਇਹ ਟੋਟਲੀ ਕਿਉਂਕਿ ਚੋਣਾਂ ਦੇ ਐਂਗਲਾਂ ਤੋਂ ਕੀਤਾ ਜਾਂਦਾ ਹੈ, ਇਹਦੇ ਨਾਲ ਕਿ ਓਵਰਆਲ ਖਪਤਕਾਰ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਪਰ ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਚੀਜ਼ ਕੀ ਹੈਗੀ ਹੈ। ਇਹ ਕਟੌਤੀ ਦਾ ਸੱਚਮੁੱਚ ਜਿਹੜੇ ਬਿਜਲੀ ਦੇ ਬਿੱਲ ਉਹ ਘੱਟ ਕੇ ਆਉਣਗੇ, ਮੁੜ ਕੇ ਬਿਜਲੀ ਮਹਿੰਗੀ ਨਹੀਂ ਮਿਲੇਗੀ,
ਇਹ ਬਿਲਕੁਲ ਸਾਡਾ ਭਰਮ ਹੋ ਸਕਦਾ ਹੈਗਾ। ਜੀ ਜਿਹੜੀ ਰੈਗੂਲੇਟਰੀ ਕਮਿਸ਼ਨ ਦੇ ਕੋਲ ਤਜਵੀਜ਼ ਗਈ ਹੈਗੀ ਹੈ ਬੋਰਡ ਆਫ ਡਾਇਰੈਕਟਰ ਦੀ ਪਾਵਰਕੌਮ ਦੀ, ਉਹਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਬਿਜਲੀ ਦਰਾਂ ਦੇ ਵਿੱਚ ਅਸੀਂ ਵਾਧਾ ਨਹੀਂ ਕਰਦੇ ਔਰ ਬਿਜਲੀ ਦਰਾਂ ਦੇ ਵਿੱਚ ਅਸੀਂ ਕਟੌਤੀ ਕਰਦੇ ਹਾਂ ਤਾਂ ਉਹਦੇ ਨਾਲ 9800 ਕਰੋੜ ਰੁਪਏ ਦਾ ਜਿਹੜਾ ਘਾਟਾ ਬਿਜਲੀ ਬੋਰਡ ਨੂੰ ਪੈਣਾ ਇੱਕ ਤਰੀਕੇ ਨਾਲ, ਇੰਨਾ ਬੋਝ ਬਣਨਾ ਹੈਗਾ। ਤਾਂ ਉਹਦੇ ਵਿੱਚ ਇੱਕ ਕਮਿਟਮੈਂਟ ਦਿੱਤੀ ਗਈ ਹੈ, ਉਹਨਾਂ ਨੇ ਪਾਵਰਕੌਮ ਨੇ ਕਮਿਟਮੈਂਟ ਦਿੱਤੀ ਹੈ ਕਿ ਅਸੀਂ ਆਉਣ ਵਾਲੇ 2 ਤੋਂ 5 ਸਾਲਾਂ ਦੇ ਵਿੱਚ ਇਸ ਘਾਟੇ ਦੀ ਪੂਰਤੀ ਹੈ ਜਿਹੜੀ ਉਹ ਕਰ ਲਵਾਂਗੇ। ਤਾਂ ਇੱਕ ਗੱਲ ਤਾਂ ਸਿੱਧੀ ਸਾਫ਼ ਹੋ ਗਈ ਆਤਿਸ਼ ਦੇ ਵਿੱਚ ਕਿ ਇੱਕ ਹੱਥ ਸਾਨੂੰ ਦਿੱਤਾ ਜਾਏਗਾ, ਚੋਣਾਂ ਤੋਂ ਪਹਿਲਾਂ ਦਿੱਤਾ ਜਾਏਗਾ 9800 ਕਰੋੜ ਰੁਪਏ ਦੀ, ਜਿਹਦੀ ਘਾਟੇ ਦੀ ਗੱਲ ਕੀਤੀ ਜਾਂਦੀ ਹੈ। ਜਦੋਂ ਇਹ ਚੋਣਾਂ ਖਤਮ ਹੋਣਗੀਆਂ ਤਾਂ ਆਉਣ ਵਾਲੇ 2 ਤੋਂ ਲੈ ਕੇ 5 ਸਾਲਾਂ ਦੇ ਦਰਮਿਆਨ ਇਹੀ ਪੈਸਾ ਸਾਡੇ ਖਪਤਕਾਰਾਂ ਕੋਲੋਂ ਮੁੜ ਵਸੂਲ ਲਿਆ ਜਾਏਗਾ। ਤਾਂ ਸਾਨੂੰ ਇੱਕ ਝੌਲਾ ਪੈਂਦਾ ਅਸਲ 'ਚ, ਹਮੇਸ਼ਾ ਹਰ ਬੰਦੇ ਨੂੰ ਝੌਲਾ ਪੈਂਦਾ ਲੋਕ ਰਾਜ ਦਾ ਜਿਹੜਾ ਬਸਿੰਦਾ ਹੈਗਾ, ਕਿ ਉਹਨਾਂ ਨੂੰ ਲੱਗਦਾ ਕਿ ਜਿਹੜੀ ਸਾਡੀ ਸਰਕਾਰ ਹੈ ਉਹ ਸਾਡੀ 24 ਘੰਟੇ ਸਾਡੀ ਭਲਾਈ ਲਈ ਸੋਚ ਰਹੀ ਹੈ। ਖਾਸ ਕਰਕੇ ਚੋਣਾਂ ਦੇ ਟਾਈਮ ਅਸੀਂ ਬਹੁਤ ਇੱਕ ਭੰਬਲ ਭੂਸੇ ਦੇ ਵਿੱਚ ਪੈ ਜਾਂਦੇ ਹੈਗੇ ਆ, ਸਾਨੂੰ ਲੱਗਣ ਲੱਗ ਜਾਂਦਾ, ਅਸੀਂ ਹਿਪਨੋਟਾਈਜ਼ ਹੋ ਜਾਂਦੇ ਹਾਂ ਕਿ ਜੋ ਸਰਕਾਰਾਂ ਕਰ ਰਹੀਆਂ ਸੱਚਮੁੱਚ ਸਾਡੀ ਦਿਆਨਤਦਾਰੀ ਨਾਲ ਕਰ ਰਹੀਆਂ, ਸਾਡੀ ਭਲਾਈ ਲਈ ਕਰ ਰਹੀਆਂ ਨੇ। ਇਹ ਇਸ ਤਰ੍ਹਾਂ ਹੀ ਬਿਜਲੀ ਦਰਾਂ ਦੇ ਵਿੱਚ ਕਟੌਤੀ ਦੇ ਮਾਮਲੇ 'ਚ ਵੀ ਇੱਦਾਂ ਹੀ ਹੋ ਰਿਹਾ ਹੈ, ਕਿਉਂਕਿ ਇੱਕ ਵਾਰੀ ਸਾਨੂੰ ਇਹ ਮਾफ़ ਕਰ ਦਿੱਤਾ ਜਾਏਗਾ, ਸਾਨੂੰ ਲੱਗੇਗਾ ਕਿ ਸਾਡੀ ਬਿਜਲੀ ਜਿਹੜੀ ਸਸਤੀ ਹੋ ਗਈ ਹੈ, ਪਰ ਜਦੋਂ ਰਿਜ਼ਲਟ ਆ ਜਾਏਗਾ ਅਗਲੇ ਆਉਣ ਵਾਲੇ ਸਾਲਾਂ 'ਚ ਇਹੀ ਪੈਸਾ ਸਾਡੀਆਂ ਜੇਬਾਂ ਦੇ ਵਿੱਚੋਂ ਮੁੜ ਕੇ ਕੱਢ ਲਿਆ ਜਾਏਗਾ। ਜੇ ਆਤਿਸ਼ ਆਪਾਂ ਪਿਛਲਾ ਪੰਜਾਬ ਦੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਉਹਦਾ ਪਿਛਲੇ 20 ਸਾਲਾਂ ਦਾ ਇਤਿਹਾਸ ਦੇਖੀਏ ਤਾਂ ਜਦੋਂ ਵੀ ਨਵੀਂ ਸਰਕਾਰ ਬਣਦੀ ਹੈ ਤਾਂ ਉਹ ਸਰਕਾਰ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਕਰਦੀ ਹੈ ਉਹ ਬਿਜਲੀ ਦਰਾਂ ਦੇ ਵਿੱਚ ਵਾਧਾ ਕਰਦੀ ਹੈਗੀ ਹੈ। ਅਸੀਂ ਜਦੋਂ ਕੈਪਟਨ ਸਰਕਾਰ ਦੀ ਪਹਿਲੀ ਪਾਰੀ ਸੀਗੀ ਤਾਂ ਉਦੋਂ ਦੇਖੀਏ ਤਾਂ 2003-04 ਦੇ ਵਿੱਚ ਕੈਪਟਨ ਸਰਕਾਰ ਨੇ ਪਹਿਲੀ ਵਾਰ ਹੈ ਜਿਹੜੀਆਂ ਉਹ ਬਿਜਲੀ ਦਰਾਂ ਦੀਆਂ ਵਿੱਚ ਵਾਧਾ ਕੀਤਾ ਸੀ, ਤਕਰੀਬਨ 4.5 ਰੁਪਏ ਦੇ ਕਰੀਬ ਆਸੇ-ਪਾਸੇ ਇਹ ਵਾਧਾ ਹੋਇਆ ਸੀ ਬਿਜਲੀ ਦਰਾਂ ਦੇ ਵਿੱਚ। ਉਸ ਤੋਂ ਬਾਅਦ 7 ਔਰ 8 ਦੀ ਜਦੋਂ ਗੱਠਜੋੜ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਨੇ ਵੀ ਪਹਿਲੀ ਸੱਟੇ ਜਿਹੜਾ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਸੀ। ਉਸ ਤੋਂ ਬਾਅਦ ਲੋਕ ਸਭਾ ਦੀ ਚੋਣ ਆਉਂਦੀ ਹੈ, ਫਿਰ 9-10 ਦੇ ਵਿੱਚ ਜਾ ਕੇ ਬਿਜਲੀ ਦਰਾਂ ਦੇ ਵਿੱਚ ਫੇਰ ਵਾਧਾ ਹੁੰਦਾ ਹੈ। ਇਸ ਤਰ੍ਹਾਂ 12-13 ਦੇ ਵਿੱਚ ਜਾ ਕੇ ਜਦੋਂ ਦੁਬਾਰੇ ਗੱਠਜੋੜ ਦੀ ਸਰਕਾਰ ਬਣਦੀ ਹੈ ਫੇਰ ਬਿਜਲੀ ਦਰਾਂ ਦੇ ਵਿੱਚ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹ ਜਦੋਂ ਹੋਂਦ 'ਚ ਆਉਂਦੀ ਹੈ 17-18 ਦੇ ਵਿੱਚ ਇਹ ਵੀ ਬਿਜਲੀ ਦਰਾਂ ਦੇ ਵਿੱਚ ਵਾਧਾ ਕਰਦੀ ਹੈ। ਤਾਂ ਇੱਕ ਗੱਲ ਤੈਅ ਹੈ ਕਿ ਜਦੋਂ ਵੀ ਚੋਣਾਂ ਹੁੰਦੀਆਂ ਨੇ ਤਾਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਹੁੰਦੀ ਹੈ ਜਾਂ ਉਹਦੇ ਵਿੱਚ ਕੋਈ ਇਜ਼ਾਫਾ ਨਹੀਂ ਹੁੰਦਾ, ਤੇ ਜਿਉਂ ਹੀ ਨਵੀਂ ਸਰਕਾਰ ਬਣਦੀ ਹੈ ਸਹੁੰ ਚੁੱਕਦੀ ਹੈ ਬਿਜਲੀ ਦਰਾਂ ਜਿਹੜੀਆਂ ਮੁੜ ਹੈ ਉਹ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਇੱਕ ਗੱਲ ਸਾਡੇ ਸਮਝ ਨਹੀਂ ਪੈ ਰਹੀ ਕਿਸੇ ਦੇ ਵੀ ਕਿ ਇਹੋ ਜਿਹੀ ਕਿਹੜੀ ਗੱਲ ਹੈਗੀ ਹੈ, ਇਹੋ ਜਿਹਾ ਕਿਹੜਾ ਚਮਤਕਾਰ ਹੁੰਦਾ ਹੈ ਕਿ ਜਦੋਂ ਵੋਟਾਂ ਹੁੰਦੀਆਂ ਕਿ ਸਾਡਾ ਜਿਹੜਾ ਪਾਵਰਕੌਮ ਹੈ ਉਹ ਮੁਨਾਫੇ 'ਚ ਆ ਜਾਂਦਾ ਹੈ, ਕਿ ਜਦੋਂ ਵੋਟਾਂ ਪੈ ਹਟਦੀਆਂ ਨੇ ਸਰਕਾਰ ਨਵੀਂ ਬਣ ਜਾਂਦੀ ਹੈ ਪਾਵਰਕੌਮ ਫੇਰ ਘਾਟੇ ਚਲਾ ਜਾਂਦਾ ਹੈ। ਤਾਂ ਇਸ ਗੱਲ ਨੂੰ ਸਾਡੇ ਦਰਸ਼ਕਾਂ ਨੂੰ ਸਮਝਣਾ ਪਏਗਾ ਕਿ ਜਿਹੜਾ ਇਹ ਬਿਜਲੀ ਬੋਰਡ ਦਾ ਦਰਾਂ 'ਚ ਮਾਫੀ ਕਰਨ ਵਾਲਾ ਝੌਲਾ ਹੈ ਇਹ ਅਸਲ 'ਚ ਇੱਕ ਭਰਮ ਹੈ। ਜੀ ਬਿਲਕੁਲ ਚਰਨਜੀਤ ਜੀ, ਬਿਜਲੀ ਦੇ ਬਿੱਲ ਇੰਨੇ ਵੱਡੇ ਵੱਡੇ ਆਉਣੇ ਸ਼ੁਰੂ ਹੋ ਗਏ ਨੇ ਜਿਹਨੇ ਲੋਕਾਂ ਦਾ ਜਿਉਣਾ ਜਿਹੜਾ ਹੈਗਾ ਦੁੱਬਰ ਕਰ ਦਿੱਤਾ ਹੈ, ਤੇ ਦੂਜੇ ਪਾਸੇ ਦੇਖੀਏ ਤਾਂ ਪੰਜਾਬ ਦੇ ਵਿੱਚ ਬਿਜਲੀ ਦੀ ਖਪਤ ਵੀ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਗਈ ਹੈ। ਸਾਡੇ ਦਰਸ਼ਕਾਂ ਨੂੰ ਇਸ ਬਾਰੇ ਵੀ ਚਾਨਣਾ ਪਾਓ ਵੀ ਕਿ ਇਹਦੇ ਪਿੱਛੇ ਕੀ ਕਾਰਨ ਹੈ। ਦੇਖੋ, ਇੱਕ ਤਾਂ ਇਹ ਹੈ ਕਿ ਆਤਿਸ਼ ਜਿਉਂ-ਜਿਉਂ ਕੋਈ ਵੀ ਯੁੱਗ ਪਲਟਦਾ ਹੈਗਾ ਤਾਂ ਨੈਚੁਰਲੀ ਜਿਵੇਂ ਅੱਜ ਆਪਾਂ ਕਿ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ ਜਾਂ ਅੱਜ ਅਸੀਂ ਇਸ ਮੁਕਾਮ 'ਤੇ ਖੜੇ ਹਾਂ ਡਿਵੈਲਪਮੈਂਟ ਦੇ, ਤਾਂ ਉਹਦੇ ਵਿੱਚ ਬਿਜਲੀ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਹੁਣ ਅਸੀਂ ਉਹ ਪੁਰਾਣੇ ਯੁੱਗ 'ਚ ਤਾਂ ਨਹੀਂ ਰਹਿ ਰਹੇ ਕਿ ਕੋਈ ਜ਼ਮਾਨਾ ਸੀ ਆਤਿਸ਼ ਕਿ ਜਦੋਂ ਸਾਡੇ ਕੋਲ ਦੀਵਿਆਂ ਵਾਲਾ ਯੁੱਗ ਸੀ, ਅਸੀਂ ਮਿੱਟੀ ਦੇ ਤੇਲ ਦੇ ਦੀਵੇ ਵਰਤਦੇ ਸੀ, ਤਾਂ ਉਸ ਤੋਂ ਬਾਅਦ ਉਹ ਯੁੱਗ ਪਲਟਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਲਾਲਟਨ ਆਉਂਦੀ ਹੈ। ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਇੱਕ ਵਾਰ ਗੱਲ ਕੀਤੀ ਸੀ ਕਿ ਆਪਾਂ ਜਿਵੇਂ ਕਿਸੇ ਨੂੰ ਕੋਈ ਚੰਗਾ ਦੱਸਣਾ ਹੋਵੇ ਤਾਂ ਆਪਾਂ ਕਹਿੰਦੇ ਨੇ ਗੁੱਡ ਮੈਨ ਦੀ ਲਾਲਟਨ, ਇਹੀ ਕਿਹਾ ਜਾਂਦਾ ਹੈ ਕਿ ਨਾ। ਤੇ ਸਾਨੂੰ ਬਹੁਤ ਦੇਰ ਇਸ ਗੱਲ ਦਾ ਨਹੀਂ ਪਤਾ ਲੱਗਿਆ ਸੀ ਕਿ ਇਹ ਚੀਜ਼ ਕੀ ਹੈ, ਗੁੱਡਮੈਨ ਦੀ ਲਾਲਟਨ ਕਿਉਂ ਕਿਹਾ ਜਾਂਦਾ ਹੈ। ਬੜੀ ਦੇਰ ਬਾਅਦ ਇਸ ਗੱਲ ਦਾ ਇਲਮ ਹੋਇਆ ਕਿ ਜਿਹੜੀ ਗੁੱਡਮੈਨ ਹੈ ਇਹ ਬਰਤਾਨੀਆ ਦੀ ਇੱਕ ਕੰਪਨੀ ਸੀ ਜਿਹਨੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਲਾਲਟਨ ਭੇਜੀ ਸੀ। ਤਾਂ ਅਸੀਂ ਆਪਣੇ ਵਡੇਰਿਆਂ ਤੋਂ ਵੀ ਸੁਣਦੇ ਹਾਂ ਕਿ ਜਦੋਂ ਪਿੰਡਾਂ ਦੇ ਵਿੱਚ ਜਿਹੜੇ ਸਰਦੇ ਪੁੱਜਦੇ ਘਰ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਵਿੱਚ ਲਾਲਟਨ ਆਈ ਸੀ ਤਾਂ ਲੋਕਾਂ ਦੇ ਵਿੱਚ ਇੱਕ ਕਿਉਰਿਓਸਿਟੀ ਹੁੰਦੀ ਸੀ ਕਿ ਦੇਖੀ ਤਾਂ ਸਹੀ ਕਿ ਕੀ ਹੈ, ਕਿਉਂਕਿ ਲੋਕ ਦੀਵਾ ਜਾਣਦੇ ਸੀ ਕਿ ਦੀਵਾ ਬਲਦਾ ਹੈਗਾ ਲਾਲਟਨ ਦੇ 'ਚ। ਉਹ ਵੀ ਇੱਕ ਯੁੱਗ ਦਾ ਪਲਟ। ਉਸ ਤੋਂ ਬਾਅਦ ਬਿਜਲੀ ਦੀ ਆਮਦ ਹੁੰਦੀ ਹੈ ਸਾਡੀ ਲਾਈਫ ਦੇ ਵਿੱਚ ਕਿ ਖਾਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਭਾਖੜਾ ਡੈਮ ਬਣਦਾ ਹੈ। ਭਾਖੜਾ ਡੈਮ ਤੋਂ ਪਹਿਲਾਂ ਜਿਹੜੀ ਬਿਜਲੀ ਸੀ ਉਹ ਦੱਸਦੇ ਨੇ ਕਿ ਜਿਹੜੇ ਬਿਜਲੀ ਬੋਰਡ ਹੈਗਾ ਜਾਂ ਗੌਰਮੈਂਟ ਹੈ ਉਹ ਜਨਰੇਟਰ ਸੈੱਟ ਲਾਏ ਹੁੰਦੇ ਸੀਗੇ ਸ਼ਹਿਰਾਂ ਦੇ ਵਿੱਚ ਜਾਂ ਕੋਈ ਖਾਸ ਕਸਬਿਆਂ ਦੇ ਵਿੱਚ, ਉਹ ਜਨਰੇਟਰ ਸੈੱਟ ਦੇ ਥਰੂ ਜਿਹੜੀ ਬਿਜਲੀ ਸਪਲਾਈ ਦਿੱਤੀ। ਅੰਮ੍ਰਿਤਸਰ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਜਨਰੇਟਰ ਸੈੱਟ ਲੱਗੇ ਹੋਏ ਸੀਗੇ। ਫਿਰ ਉਸ ਤੋਂ ਬਾਅਦ ਭਾਖੜਾ ਡੈਮ ਬਣਦਾ ਹੈ।
ਭਾਖੜਾ ਡੈਮ ਨੇ ਸਸਤੀ ਬਿਜਲੀ ਸਾਨੂੰ ਹਾਈਡਲ ਪ੍ਰੋਜੈਕਟ ਦੀ ਦੇਣੀ ਸ਼ੁਰੂ ਕੀਤੀ, ਤਾਂ ਉਦੋਂ ਵੀ ਇਹ ਗੱਲ ਦਾ ਰੌਲਾ ਪਿਆ ਸੀਗਾ ਅਤੇ ਨਹਿਰੂ 'ਤੇ ਇਲਜ਼ਾਮ ਲੱਗਦਾ ਸੀ ਕਿ ਜਿਹੜੀ ਪੰਜਾਬ ਦੀ ਬਿਜਲੀ ਹੈ ਭਾਖੜਾ ਡੈਮ ਦੀ ਹੈ ਅਤੇ ਉਹ ਭੁਗਤਿਆ ਪੰਜਾਬ ਨੇ ਹੈਗਾ, ਅਤੇ ਉਹਦੀ ਬਿਜਲੀ ਹੈ ਜਿਹੜੀ ਦਿੱਲੀ ਨੂੰ ਸਸਤੀ ਦਿੱਤੀ ਜਾਂਦੀ ਹੈ ਅਤੇ ਪੰਜਾਬ ਨੂੰ ਮਹਿੰਗੀ ਦਿੱਤੀ ਜਾਂਦੀ ਹੈ। ਉਦੋਂ ਵੀ ਇਹ ਰੌਲਾ ਪਿਆ ਸੀਗਾ। ਤਾਂ ਜੇ ਆਪਾਂ ਸਾਂਝੇ ਪੰਜਾਬ ਦੀ ਗੱਲ ਕਰਨੀ ਹੋਵੇ ਆਤਿਸ਼, ਤਾਂ ਸਾਡੇ ਕੋਲ 21,300 ਦੇ ਕਰੀਬ ਜਿਹੜੇ ਟੋਟਲ ਪਿੰਡ ਸੀ, ਤਾਂ ਉਹਨਾਂ ਦਿਨਾਂ 'ਚ ਮਸਾਂ ਹੀ ਜਿਹੜੀ ਬਿਜਲੀ ਹੈ ਉਹ 3,000 ਪਿੰਡਾਂ ਦੇ ਵਿੱਚ ਪਹੁੰਚੀ ਹੋਈ ਸੀ, ਔਰ ਬਿਜਲੀ ਉਦੋਂ ਸਸਤੀ ਵੀ ਮਿਲਦੀ ਸੀ। ਇੱਕ ਮੈਂ ਪੁਰਾਣਾ ਡਾਟਾ ਦੇਖ ਰਿਹਾ ਸੀ ਕਿ 1958 ਦੇ ਵਿੱਚ ਜਿਹੜੇ ਬਿਜਲੀ ਦੇ ਰੇਟ ਸੀਗਾ ਉਹ 32 ਪੈਸੇ ਪ੍ਰਤੀ ਯੂਨਿਟ ਸੀਗੀ, ਅਤੇ ਹੌਲੀ ਹੌਲੀ ਜਿਵੇਂ ਡਿਵੈਲਪਮੈਂਟ ਹੁੰਦੀ ਗਈ ਤਾਂ 1976 'ਚ ਜਾ ਕੇ ਪੂਰਾ ਪੰਜਾਬ ਹੈ ਜਿਹੜਾ ਉਹ ਇਲੈਕਟਰੀਫਾਈ ਹੋ ਗਿਆ ਸੀਗਾ। ਤਾਂ ਉਸ ਟਾਈਮ ਇੰਦਰਾ ਗਾਂਧੀ ਮਲੇਰਕੋਟਲੇ ਆਏ ਸੀਗੇ, ਉਹਨਾਂ ਨੇ 100% ਹੈ ਜਿਹੜੀ ਇਲੈਕਟਰੀਫਿਕੇਸ਼ਨ ਦਾ ਉਦਘਾਟਨ ਕੀਤਾ ਸੀਗਾ। ਅਤੇ ਸਾਡੀ ਲਾਈਫ ਦੇ ਵਿੱਚ ਜਿਹੜੀ ਅੱਜ ਦੀ ਡੇਟ 'ਚ ਦੇਖੀਏ ਤਾਂ ਜਿਹੜੇ ਪਾਵਰ ਹੈ ਉਹਦਾ ਮਹੱਤਵ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਹੈਗਾ, ਕਿਉਂਕਿ ਪਹਿਲਾਂ ਜਿਵੇਂ ਆਪਾਂ ਕਹਿੰਦੇ ਕਿ ਮਹਿੰਗੀ ਬਿਜਲੀ, ਹੁਣ ਸਾਨੂੰ ਬਿੱਲ ਮਹਿੰਗੇ ਕਿਉਂ ਪੈਣ ਲੱਗ ਗਏ ਨੇ, ਦਰਾਂ ਮਹਿੰਗੀਆਂ ਕਿਉਂ ਲੱਗਦੀਆਂ ਨੇ, ਬਿਜਲੀ ਦੇ ਬਿੱਲ ਵੱਡੇ ਕਿਉਂ ਲੱਗਦੇ ਨੇ, ਕਿਉਂਕਿ ਪਹਿਲਾਂ ਸਾਡਾ ਜੀਵਨ ਦੇ ਵਿੱਚ ਇੰਨਾ ਦਖਲ ਨਹੀਂ ਸੀ ਬਿਜਲੀ ਦਾ। ਹੁਣ ਖਪਤ ਬਹੁਤ ਵੱਧ ਗਈ ਹੈ, ਸਾਡੇ ਕੋਲ ਸੁੱਖ ਸੁਵਿਧਾਵਾਂ ਬਹੁਤ ਹੋ ਗਈਆਂ, ਏਸੀ ਹੋ ਗਏ, ਕੂਲਰ ਹੋ ਗਏ, ਡੇਲੀ ਦੇ ਸਾਰੀਆਂ ਚੀਜ਼ਾਂ ਸਾਡੇ ਜਿੰਨੇ ਵੀ ਹੈਗੇ ਨੇ ਉਪਕਰਨ ਹੈਗੇ ਨੇ ਸਾਰੇ ਬਿਜਲੀ ਨਾਲ ਚੱਲਦੇ ਹੈਗੇ ਨੇ, ਤਾਂ ਖਪਤ ਵਧਣ ਨਾਲ ਸਾਡੇ ਜਿਹੜੇ ਬਿਜਲੀ ਦੇ ਬਿੱਲ ਹੈ ਉਹ ਵੀ ਵੱਡੇ ਹੋ ਗਏ ਨੇ। ਤਾਂ ਚਾਹੀਦਾ ਤਾਂ ਇਹ ਸੀ ਕਿ ਸਰਕਾਰਾਂ ਇਹੋ ਜਿਹੇ ਮੌਕਿਆਂ 'ਤੇ, ਕਿਉਂਕਿ ਵੈਲਫੇਅਰ ਸਟੇਟ ਹੈ, ਉਹ ਵੱਡਾ ਦਿਲ ਦਿਖਾਉਂਦੀਆਂ, ਪਰ ਉਹ ਸਾਡੀ ਜ਼ਿੰਦਗੀ ਨੂੰ ਹੋਰ ਛੋਟਾ ਕਰ ਰਹੀਆਂ। ਚਰਨਜੀਤ ਜੀ, ਇਹ ਜਿਹੜਾ ਹੈਗਾ ਬਿਜਲੀ ਦਰਾਂ ਨੂੰ ਲੈ ਕੇ ਜਿਹੜਾ ਹੈਗਾ ਪੂਰਾ ਸਾਲ ਹੀ ਸਿਆਸੀ ਤੌਰ 'ਤੇ ਰੌਲਾ ਪੈਂਦਾ ਰਹਿੰਦਾ, ਪਰ ਅਸੀਂ ਜਾਣਨਾ ਚਾਹਾਂਗੇ ਵੀ ਕਿ ਪੰਜਾਬ ਵਿੱਚ ਇੰਨੀ ਮਹਿੰਗੀ ਬਿਜਲੀ ਦੀ ਦਰਾਂ ਹੋਣ ਦਾ ਮੁੱਖ ਕਾਰਨ ਕੀ ਹੈ? ਤੁਸੀਂ ਕੀ ਦੇਖਦੇ ਹੋ ਵੀ ਕਿ ਪੰਜਾਬ ਦੇ ਵਿੱਚ ਬਿਜਲੀ ਦਰਾਂ ਜਿਹੜੀਆਂ ਇੰਨੀ ਮਹਿੰਗੀਆਂ ਕਿਉਂ ਨੇ? ਅਸਲ 'ਚ ਇਹ ਹੈ ਕਿ ਨਾ ਕਿ ਬਿਜਲੀ ਪਹਿਲਾਂ ਇੱਕ ਪਬਲਿਕ ਸੈਕਟਰ ਦੀ ਤਰ੍ਹਾਂ ਸੀਗੀ ਜਿਹੜੀ ਸਾਨੂੰ ਦਿੱਤੀ ਜਾਂਦੀ ਸੀ। ਹੁਣ ਜਿਹੜਾ ਬਿਜਲੀ ਦਾ ਸੈਕਟਰ ਹੈ ਇਹਦੇ ਵਿੱਚ ਕਾਰਪੋਰੇਟ ਦਾ ਜਿਹੜਾ ਦਖਲ ਹੈ ਉਹ ਕਾਫੀ ਵੱਧ ਗਿਆ ਹੈਗਾ। ਖਾਸ ਕਰਕੇ ਜੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪਹਿਲਾਂ ਬਿਜਲੀ ਦੀਆਂ ਦਰਾਂ, ਕਿਉਂਕਿ ਹਰ ਗਰੀਬ ਆਦਮੀ ਹੈ ਜਿਹੜਾ ਅੱਜ ਦੀ ਘੜੀ ਦੇ ਵਿੱਚ ਜਿਹੜਾ ਬਿੱਲ ਹੈ ਉਹ ਉਤਾਰਨ ਦੀ ਪਹੁੰਚ ਦੇ ਵਿੱਚ ਨਹੀਂ ਰਿਹਾ। ਬਹੁਤ ਸਾਰੇ ਲੋਕਾਂ ਦੇ ਜਿਹੜੇ ਕੁਨੈਕਸ਼ਨ ਹੈ ਇਸ ਵੇਲੇ ਬਿਜਲੀ ਦੇ ਕੱਟੇ ਹੋਏ ਨੇ, ਤਾਂ ਖਪਤਕਾਰ ਹੈ ਜਿਹੜਾ ਉਹ ਚਾਹੁੰਦਾ ਕਿ ਮੈਨੂੰ ਸਸਤੀ ਬਿਜਲੀ ਮਿਲੇ। ਪਰ ਜਦੋਂ 2012 ਦੇ ਵਿੱਚ ਗੱਠਜੋੜ ਦੀ ਸਰਕਾਰ ਆਈ ਹੈ ਤਾਂ ਉਹਨਾਂ ਨੇ ਪਹਿਲਾਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਜਿਹੜੀ ਬਿਜਲੀ ਦੀ ਪੈਦਾਵਾਰ ਹੈ ਉਹ ਵਧਾਵਾਂਗੇ। ਉਸ ਤਰ੍ਹਾਂ ਜਦੋਂ ਸੁਖਬੀਰ ਬਾਦਲ ਵੀ ਇਹ ਕਹਿੰਦੇ ਰਹੇ ਨੇ ਕਿ ਅਸੀਂ ਬਿਜਲੀ ਇੰਨੀ ਸਰਪਲਸ ਕਰ ਦੇਣੀ ਹੈ ਕਿ ਅਸੀਂ ਪਾਕਿਸਤਾਨ ਨੂੰ ਵੇਚਿਆ ਕਰਾਂਗੇ। ਸੋ ਉਹਨਾਂ ਦਿਨਾਂ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਜਿਹੜੇ ਸਮਝੌਤੇ ਹੋਏ ਨੇ ਉਹ ਬਹੁਤ ਮਹਿੰਗੇ ਸਮਝੌਤੇ ਹੋ ਗਏ ਨੇ। ਉਹ ਅਸੀਂ ਪੂਰੇ ਸਾਲ ਦੀ ਜਿੰਨੀ ਸਾਡੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਅਸੀਂ ਜਿਹੜੀ ਬਿਜਲੀ ਦੇ ਐਗਰੀਮੈਂਟ ਕੀਤੇ ਨੇ। ਹਾਲਾਂਕਿ ਸਾਡੀ ਜਿਹੜੀ ਮੈਕਸੀਮਮ ਪੀਕ ਡਿਮਾਂਡ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਹੁੰਦੀ ਹੈ, ਉਸ ਲਿਹਾਜ਼ ਨੂੰ ਅਸੀਂ ਮੁੱਖ ਰੱਖ ਕੇ ਨਹੀਂ ਸਮਝੌਤੇ ਕੀਤੇ, ਅਸੀਂ ਉਹ ਜ਼ਿਆਦਾ ਪ੍ਰੋਡਕਸ਼ਨ ਦੇ ਜਿਹੜੇ ਸਮਝੌਤੇ ਕਰ ਬੈਠੇ ਹਾਂ, ਜਿਹਦੇ ਕਰਕੇ ਅੱਜ ਸਾਨੂੰ ਜੇ ਅਸੀਂ ਬਿਜਲੀ ਬਾਹਰੋਂ ਖਰੀਦਣੀ ਹੋਵੇ ਤਾਂ ਸਾਨੂੰ ਸੈਂਟਰਲ ਪੂਲ ਤੋਂ ਵੀ ਖਰੀਦਣੀ ਹੋਵੇ ਤਾਂ ਸਾਨੂੰ 3.5 ਰੁਪਏ ਪੈਂਦੀ ਹੈ। ਜੇ ਅਸੀਂ ਆਪਣੇ ਜਿਹੜੇ ਪ੍ਰਾਈਵੇਟ ਥਰਮਲ ਨੇ, ਚਾਹੇ ਗੋਇੰਦਵਾਲ ਹੈ ਉਹ ਤੋਂ 9.5 ਰੁਪਏ ਦੇ ਕਰੀਬ ਕੋਸਟ ਕਰਦੀ ਰਹੀ ਹੈ, ਇਸ ਤਰ੍ਹਾਂ ਰਾਜਪੁਰਾ ਥਰਮਲ ਹੈਗਾ, ਤਲਵੰਡੀ ਸਾਬੋ ਪ੍ਰਾਈਵੇਟ ਥਰਮਲ ਹੈਗਾ, ਤਾਂ ਇਹਦਾ ਰੌਲਾ ਵੀ ਪੈਂਦਾ ਰਿਹਾ। ਇੱਥੋਂ ਅਸੀਂ ਈਵਨ ਜੇ ਅਗਰ ਉਹ ਥਰਮਲ ਨਹੀਂ ਵੀ ਅਸੀਂ ਉਹਨਾਂ ਤੋਂ ਬਿਜਲੀ ਖਰੀਦਦੇ ਆਤਿਸ਼, ਤਾਂ ਵੀ ਸਾਨੂੰ ਉਹਨਾਂ ਨੂੰ ਜਿਹੜੇ ਫਿਕਸਡ ਪ੍ਰਾਈਸਿਸ ਹੈ, ਚਾਰਜਸ ਹੈਗੇ ਉਹ ਦੇਣੇ ਪੈਂਦੇ ਨੇ। ਉਹਦੇ ਕਰਕੇ ਸਾਡੇ ਤੇ ਉਹਨਾਂ ਨੂੰ ਖੜਾ, ਜੇ ਮੰਨ ਲਓ ਅਸੀਂ ਆਪਣੇ ਘਰ ਦੀ ਬਿਜਲੀ ਨਾ ਵੱਲ ਗਏ, ਉਸ ਤਰ੍ਹਾਂ ਹੀ ਹੈਗਾ ਕਿ ਜੇ ਉਹ ਥਰਮਲ ਖੜੇ ਵੀ ਅਸੀਂ ਬਿਜਲੀ ਨਹੀਂ ਲਾਵਾਂਗੇ ਤਾਂ ਵੀ ਸਾਨੂੰ ਉਹਨਾਂ ਨੂੰ ਪੈਸੇ ਦੇਣੇ ਪੈਣਗੇ। ਇਹ ਮਹਿੰਗੀ ਬਿਜਲੀ ਦਾ ਕਾਰਨ ਇੱਕ ਇਹ ਵੀ ਹੋ ਗਿਆ ਕਿ ਪਾਵਰਕੌਮ 'ਤੇ ਜਿਹੜਾ ਖਰਚਾ ਹੈ ਉਹ ਵਾਧੂ ਪੈਣਾ ਸ਼ੁਰੂ ਹੋ ਗਿਆ, ਅਤੇ ਪਾਵਰਕੌਮ ਨੇ ਤਾਂ ਲੋਕਾਂ ਤੋਂ ਹੀ ਵਸੂਲ ਕਰਨਾ ਹੈ। ਤਕਰੀਬਨ 31,000 ਕਰੋੜ ਰੁਪਈਆ ਜਿਹੜਾ ਰੈਵਨਿਊ ਪਾਵਰਕੌਮ ਨੂੰ ਆਉਂਦਾ ਹੈਗਾ, ਤੋਂ ਲੈਣਾ ਤਾਂ ਲੋਕਾਂ ਤੋਂ ਹੀ ਹੈ। ਪਰ ਗੱਲ ਇਹ ਹੈ ਕਿ ਗੱਠਜੋੜ ਸਰਕਾਰ ਨੇ ਤਾਂ ਚਲੋ ਜੋ ਕੀਤਾ, ਪਰ ਕੈਪਟਨ ਸਰਕਾਰ ਜਦੋਂ ਬਣੀ ਸੀਗੀ ਤਾਂ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਚੋਣ ਵਾਅਦੇ ਕੀਤੇ ਸੀਗੇ ਉਹਦੇ ਵਿੱਚ ਇਹ ਗੱਲ ਬੜੀ ਕੈਟੇਗਰੀਕਲੀ ਕਹੀ ਸੀਗੀ ਕਿ ਅਸੀਂ ਬਿਜਲੀ ਦੇ ਬਿੱਲ ਆ ਜਿਹੜੇ ਨਹੀਂ ਬਦਲਣ ਦੇਵਾਂਗੇ। ਜਿਹੜੇ ਬਿਜਲੀ ਦੇ ਸਮਝੌਤੇ, ਮਹਿੰਗੀ ਬਿਜਲੀ ਦੇ ਸਮਝੌਤੇ ਹੋਏ ਆ ਪ੍ਰਾਈਵੇਟ ਕੰਪਨੀਆਂ ਨਾਲ, ਉਹਨਾਂ ਨੂੰ ਰਿਵਿਊ ਕੀਤਾ ਜਾਏਗਾ। ਰਿਵਿਊ ਕਰਕੇ ਉਸ ਜਿਹੜੇ ਸਮਝੌਤੇ ਆ ਉਹ ਕੈਂਸਲ ਕੀਤੇ ਜਾਣਗੇ। ਪਰ ਹੋਇਆ ਕੀ ਹੈ, ਅੱਜ 4 ਸਾਲ ਬੀਤ ਚੁੱਕੇ ਨੇ, ਲੋਕ ਪਿੱਟ ਰਹੇ ਨੇ। ਈਵਨ ਜਾਖੜ ਨੇ ਵੀ ਕਈ ਵਾਰੀ 1-2 ਵਾਰੀ ਸ਼ੁਰੂਆਤੀ ਦੌਰ ਦੇ ਵਿੱਚ ਕਿਹਾ, ਸੁਖਜਿੰਦਰ ਸਿੰਘ ਰੰਧਾਵਾ ਮਿਨਿਸਟਰ ਹੈ ਉਹਨਾਂ ਨੇ ਵੀ 1-2 ਵਾਰੀ ਇਹ ਕਿਹਾ ਕਿ ਸਾਨੂੰ ਰੱਦ ਕਰਨੇ ਚਾਹੀਦੇ ਆ। ਅੱਜ ਜਿਹੜੀ ਗੌਰਮੈਂਟ ਹੈ ਉਹ ਸਮਝੌਤਿਆਂ ਨੂੰ ਨਾ ਤਾਂ ਅੱਜ ਤੱਕ ਰਿਵਿਊ ਕੀਤਾ ਹੈਗਾ, ਕੈਂਸਲ ਕਰਨਾ ਤਾਂ ਉਸ ਨੂੰ ਦੂਰ ਦੀ ਗੱਲ ਹੈ। ਪਿਛਲੇ ਤਕਰੀਬਨ ਸਾਲ ਕੁ ਦੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਗੱਲ ਕਹੀ ਸੀਗੀ, ਜਦੋਂ ਇਹ ਮੁੱਦਾ ਉੱਠਿਆ ਸੀ ਕਿ ਇਹਨਾਂ ਨੂੰ ਕੈਂਸਲ ਕੀਤਾ ਜਾਵੇ, ਰੱਦ ਕੀਤਾ ਜਾਣ ਬਿਜਲੀ ਸਮਝੌਤੇ, ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ, ਅਸੀਂ ਦੇਖਾਂਗੇ ਕਿ ਕਿਉਂ ਇੱਦਾਂ ਦੀ ਹਾਲਤ ਹੋਈ, ਮਤਲਬ ਇੱਕ ਤਰ੍ਹਾਂ ਦਾ ਰਿਵਿਊ ਕਰਾਂਗੇ।
ਤੇ ਦੇਖੋ ਇਲੈਕਸ਼ਨ ਈਅਰ ਆ ਚੁੱਕਾ ਹੈ, ਉਹ ਬਾਈਟੋ ਪੇਪਰ ਤੋਂ ਵੀ ਜਿਹੜੀ ਗਵਰਨਮੈਂਟ ਹੈ ਉਹ ਭੱਜ ਗਈ ਹੈਗੀ ਹੈ। ਤਾਂ ਇਹ ਤਾਂ ਫਿਰ ਹੁਣ ਸਾਡਾ ਇੱਕ ਭਰਮ ਹੀ ਹੋਏਗਾ ਜੇ ਅਸੀਂ ਸੋਚਾਂਗੇ ਕਿ ਸਾਨੂੰ ਸਸਤੀ ਬਿਜਲੀ ਗਵਰਨਮੈਂਟ ਦੇਗੀ ਜਾਂ ਬਿਜਲੀ ਦੇ ਜਿਹੜੇ ਸਮਝੌਤੇ ਹੈ ਉਹ ਰੱਦ ਹੋਣਗੇ। ਇਹ ਇੱਕ ਬਹੁਤ ਵੱਡਾ ਇਸ਼ੂ ਹੈ, ਮਹਿੰਗੀ ਬਿਜਲੀ ਜਿਹੜੀ ਪੰਜਾਬ ਦੇ ਵਿੱਚ ਹੋਈ ਹੈਗੀ ਹੈ। ਦੂਸਰਾ ਇਸ਼ੂ ਇਹ ਹੈਗਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਦੀ ਚੋਰੀ ਹੈ ਉਹ ਬਹੁਤ ਵੱਡੀ ਪੱਧਰ ਤੇ ਹੋ ਰਹੀ ਹੈਗੀ ਹੈ। ਤੇ ਮੋਟਾ ਐਸਟੀਮੇਟ ਲਾਈਏ ਤਾਂ ਹਰ ਸਾਲ 1000 ਕਰੋੜ ਤੋਂ ਲੈ ਕੇ 1200 ਕਰੋੜ ਰੁਪਏ ਜਿਹੜੀ ਉਹ ਬਿਜਲੀ ਦੀ ਚੋਰੀ 'ਚ ਚਲੇ ਜਾਂਦੇ ਨੇ। ਅਗਰ ਪਾਵਰਕੌਮ, ਅਗਰ ਸਾਡੀ ਸਰਕਾਰ ਇਹ ਬਿਜਲੀ ਚੋਰੀ ਨੂੰ ਰੋਕ ਲਵੇ, ਇਹਦਾ ਹੀ ਜਿਹੜਾ ਫਾਇਦਾ ਉਹ ਆਮ ਖਪਤਕਾਰਾਂ ਨੂੰ ਪਹੁੰਚਣਾ ਹੈਗਾ। ਅਸੀਂ ਦੇਖੀਏ ਤਾਂ ਇਹ ਨਹੀਂ ਕਿ ਆਮ ਖਪਤਕਾਰ ਕਰਦੇ ਨੇ, ਜਿਹੜੇ VIP ਹਲਕੇ ਨੇ, ਪੋਲੀਟੀਕਲ ਲੋਕ ਆਉਂਦੇ ਉਹਨਾਂ ਦੀ ਸ਼ੈਲਟਰ ਦੇ ਨਾਲ। ਮੈਂ ਤਾਂ ਕਈ ਚੋਣਾਂ ਦੇ ਵਿੱਚ ਲੀਡਰਾਂ ਨੂੰ ਇਹ ਕਹਿੰਦੇ ਵੀ ਸੁਣਿਆ ਹੈ ਕਿ ਅਗਰ ਤੁਸੀਂ ਸਾਡੀ ਸਰਕਾਰ ਬਣਾ ਦਿਓ ਤਾਂ ਤੁਸੀਂ ਬਿਜਲੀ ਦੀਆਂ ਜਿੰਨੀਆਂ ਦਿਨ ਰਾਤ ਕੁੰਡੀਆਂ ਲਾਇਓ। ਅਸੀਂ ਬਿਜਲੀ ਚੋਰੀ ਨੂੰ ਈਵਨ ਸਾਡੇ ਪੋਲੀਟੀਕਲ ਲੀਡਰ ਹੈ ਜਿਹੜੇ ਉਹ ਪ੍ਰਮੋਟ ਕਰਦੇ ਰਹੇ ਨੇ। ਤਾਂ ਖਪਤਕਾਰਾਂ ਦਾ ਇਹਦੇ ਵਿੱਚ ਫਿਰ ਕੀ ਕਸੂਰ ਹੈ? ਜੋ ਤੁਸੀਂ ਕਮਿਟਮੈਂਟ ਹੀ ਉਹਨਾਂ 'ਚ ਚੋਣਾਂ ਦੇ ਵਿੱਚ ਕਰ ਰਹੇ ਹੋ ਉਹਨਾਂ ਨਾਲ। ਜਿਸ ਤਰ੍ਹਾਂ ਭਿੱਖੀ ਪਿੰਡ ਦੀ ਡਿਵੀਜ਼ਨ ਹੈਗੀ ਹੈ, ਪੰਜਾਬ 'ਚ ਸਭ ਤੋਂ ਵੱਧ ਚੋਰੀ ਉੱਥੇ ਹੁੰਦੀ ਰਹੀ ਹੈ। 72% ਲੋਕ ਬਿਜਲੀ ਚੋਰੀ ਕਰਦੇ ਨੇ। ਉਹਦੇ ਨਾਲ ਪੱਟੀ ਡਿਵੀਜ਼ਨ ਪੈਂਦੀ ਹੈ, ਉੱਥੇ ਬਿਜਲੀ ਚੋਰੀ ਹੁੰਦੀ ਰਹੀ ਹੈ। ਇੱਧਰ ਮਲੋਟ ਹੈਗੀ ਹੈ ਜਿਹੜੀ ਬਾਦਲਾਂ ਦਾ ਆਪਣਾ ਜ਼ਿਲ੍ਹਾ ਹੈਗਾ, ਏਰੀਆ ਹੈਗਾ, ਹਲਕਾ ਪੈਂਦਾ, ਉੱਥੇ 40% ਬਿਜਲੀ ਚੋਰੀ ਹੁੰਦੀ ਹੈ। ਤਾਂ ਇਹ ਜਿੱਥੇ ਵੀ ਲੂਪਹੋਲ ਹੈਗੇ ਨੇ, ਇਹਨਾਂ ਨੂੰ ਜਿਹੜੀਆਂ ਚੋਰ ਮੋਰੀਆਂ ਇਹਨਾਂ ਨੂੰ ਬੰਦ ਕਰਨਾ ਪਏਗਾ। ਉਹ ਰੈਵਨਿਊ ਹੈ ਜਿਹੜਾ ਪਾਵਰਕੌਮ ਨੂੰ ਆਏਗਾ। ਪਾਵਰਕੌਮ ਉਹੀ ਖਪਤਕਾਰਾਂ ਨੂੰ ਇਹ ਟੈਰਿਫ ਦੇ ਰੂਪ ਦੇ ਵਿੱਚ, ਸਸਤੀ ਬਿਜਲੀ ਦੇ ਰੂਪ ਦੇ ਵਿੱਚ ਦੇਗਾ। ਇਹ ਵੀ ਬਹੁਤ ਵੱਡਾ ਕਾਰਨ ਹੈ। ਤੀਸਰਾ ਹੈ ਕਿ ਸਾਡੀ ਜਿਹੜੀ ਆਪਣੀ ਪਿਛਵਾੜਾ ਕੋਲ ਮਾਈਨ ਸੀਗੀ ਉਹ ਬੰਦ ਪਈ ਹੈਗੀ ਹੈ। ਉਹਦਾ ਕੇਸ ਹੈ ਸੁਪਰੀਮ ਕੋਰਟ 'ਚ ਚੱਲ ਰਿਹਾ। ਅਗਰ ਅਸੀਂ ਉਹ ਆਪਣੀ ਕੋਲ ਮਾਈਨ ਚਲਾ ਲੈਂਦੇ ਹੈਗੇ ਹਾਂ ਤਾਂ ਉਹਦੇ ਨਾਲ ਵੀ ਸਾਨੂੰ 800 ਕਰੋੜ ਰੁਪਏ ਦਾ ਫਾਇਦਾ ਹੁੰਦਾ ਹੈ। ਪ੍ਰਾਈਵੇਟ ਥਰਮਲਾਂ ਦੀ ਥਾਂ ਜੇ ਅਸੀਂ ਆਪਣੇ ਪਬਲਿਕ ਸੈਕਟਰ ਦੇ ਜਿਹੜੇ ਥਰਮਲ ਨੇ ਉਹਨਾਂ ਨੂੰ ਭਖਾ ਲੈਂਦੇ ਹਾਂ ਤਾਂ ਉਹਦੇ ਨਾਲ ਵੀ ਸਾਨੂੰ ਫਾਇਦਾ ਹੋਏਗਾ। ਇਸ ਤੋਂ ਇਲਾਵਾ ਆਤਿਸ਼ੀ ਜਿਹੜੀ ਅਸੀਂ ਬਿਜਲੀ ਸਬਸਿਡੀ ਦਿੰਦੀ ਹੈ ਗਵਰਨਮੈਂਟ, ਅਗਰ ਉਹ ਟਾਈਮਲੀ ਪੇ ਕਰਦੀ ਰਹੇ ਪਾਵਰਕੌਮ ਨੂੰ ਤਾਂ ਵੀ ਕਾਫੀ ਵੱਡਾ ਫਾਇਦਾ ਹੋਣਾ ਹੈ। ਹੁਣ ਪਿਛਲਾ 7000 ਕਰੋੜ ਰੁਪਈਆ ਪੰਜਾਬ ਗਵਰਨਮੈਂਟ ਨੇ ਪਾਵਰਕੌਮ ਨੂੰ ਅਜੇ ਤੱਕ ਨਹੀਂ ਦਿੱਤਾ। ਜਿਹੜੇ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਨੇ, ਅਦਾਰੇ ਨੇ, ਕਾਰਪੋਰੇਸ਼ਨਾਂ ਨੇ, ਉਹਨਾਂ ਵੱਲ ਪਾਵਰਕੌਮ ਦਾ ਤਕਰੀਬਨ 2500 ਕਰੋੜ ਰੁਪਈਆ ਜਿਹੜਾ ਡਿਫਾਲਟਿੰਗ ਅਮਾਊਂਟ ਖੜੀ ਹੈ। ਅਗਰ ਇਹ ਚੋਰ ਮੋਰੀਆਂ ਬੰਦ ਕਰ ਦਿੱਤੀਆਂ ਜਾਣ, ਇਹ ਸਾਰੀ ਅਦਾਇਗੀ ਹੈ ਜਿਹੜੀ ਟਾਈਮਲੀ ਪਾਵਰਕੌਮ ਨੂੰ ਹੁੰਦੀ ਰਹੇ, ਤਾਂ ਬਿਜਲੀ ਜਿਹੜੀ ਸਸਤੀ ਬਿਜਲੀ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਫਿਰ। ਚਰਨਜੀਤ ਜੀ, ਹੁਣ ਤੁਸੀਂ ਗੱਲ ਕਰਕੇ ਹਟੇ ਹੋ ਸਬਸਿਡੀ ਦੀ। ਪੰਜਾਬ ਸਰਕਾਰ ਇੱਕ ਪਾਸੇ ਇਹ ਵੀ ਗੱਲ ਕਹਿ ਰਹੀ ਹੈ ਵੀ ਕਿ ਉਹ ਤਾਂ ਪਹਿਲਾਂ ਹੀ ਸਬਸਿਡੀ ਦੇ ਰੂਪ ਵਿੱਚ ਲੋਕਾਂ ਨੂੰ ਵੱਡੀ ਰਾਹਤਾਂ ਦਿੰਦੀ ਆ ਰਹੀ ਹੈ, ਤਾਂ ਉਸ ਤੋਂ ਜਿਹੜਾ ਹੈਗਾ ਲੋਕ ਸਸਤੀ ਬਿਜਲੀ ਦੀ ਜਿਹੜੀ ਝਾਕ ਕਿਉਂ ਰੱਖ ਰਹੇ ਨੇ, ਇਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਤਾਂ ਠੀਕ ਹੈ ਕਿ ਪਿੱਛੇ ਜੇ ਵਿੱਤ ਮੰਤਰੀ ਬਜਟ ਵਾਲੇ ਦਿਨ ਆਖ ਰਹੇ ਸੀ, ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਜੀ ਤੁਸੀਂ ਸਸਤੀ ਬਿਜਲੀ ਦਾ ਵਾਅਦਾ ਕੀਤਾ ਸੀਗਾ ਕਿ ਬਿਜਲੀ ਦਰਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ, ਤਾਂ ਉਹਨੇ ਇੱਕ ਗੱਲ ਕਹੀ ਸੀ ਕਿ ਅਸੀਂ 14000 ਕਰੋੜ ਰੁਪਈਆ ਬਿਜਲੀ ਸਬਸਿਡੀ ਦੇ ਰੂਪ ਦੇ ਵਿੱਚ ਦੇ ਰਹੇ ਹਾਂ। ਔਰ ਉਹਨਾਂ ਨੇ ਇੱਕ ਅਖਾਣ ਵੀ ਯੂਜ਼ ਕੀਤਾ ਸੀ ਕਿ ਬੱਕਰੇ ਦੀ ਜਾਨ ਗਈ, ਖਾਣ ਵਾਲੇ ਨੂੰ ਸਵਾਦ ਨਹੀਂ ਆਇਆ। ਤਾਂ ਕਿਤੇ ਨਾ ਕਿਤੇ ਤਾਂ ਹੈਗਾ ਕਿ ਅਸੀਂ ਸਬਸਿਡੀ, ਹਾਲਾਂਕਿ ਨੋ ਡਾਊਟ ਕਿ ਜਿਹੜੀ ਬਿਜਲੀ ਸਬਸਿਡੀ ਹੈ ਉਹ 37% ਕਸਟਮਰ ਹੈ ਜਿਹੜੇ ਸਾਡੇ ਖਪਤਕਾਰ ਹੈਗੇ ਨੇ, ਉਹਨਾਂ ਨੂੰ 37% ਨੂੰ ਬਿਜਲੀ ਸਬਸਿਡੀ ਮਿਲ ਰਹੀ ਹੈ। ਉਹਦਾ ਬੋਝ ਕਿਤੇ ਪੈ ਰਿਹਾ ਹੈ? ਬਾਕੀ ਜਿਹੜੇ ਸਾਡੇ ਕੰਜ਼ੂਮਰ ਹੈ ਉਹ ਪੇ ਕਰਦੇ ਨੇ। 37% ਹੈ ਜਿਹੜੇ ਉਹਨਾਂ ਨੂੰ ਮੁਫਤ ਬਿਜਲੀ ਜਿਹੜੀ ਸਰਕਾਰ ਆਪਦੇ ਪੱਲਿਓਂ ਦੇ ਰਹੀ ਹੈ। ਟੋਟਲ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਆਤਿਸ਼, ਤਾਂ ਤਕਰੀਬਨ 94 ਲੱਖ, 94.5 ਲੱਖ ਦੇ ਕਰੀਬ ਹੈ ਜਿਹੜੇ ਉਹ ਕੰਜ਼ੂਮਰ ਹੈਗੇ ਨੇ, ਜਿਹਦੇ ਵਿੱਚੋਂ 69 ਲੱਖ ਹੈ ਜਿਹੜੇ ਉਹ ਡੋਮੈਸਟਿਕ ਬਿਜਲੀ ਦੇ ਕੰਜ਼ੂਮਰ ਹੈਗੇ ਨੇ। ਤਾਂ ਬਿਜਲੀ ਸਬਸਿਡੀ ਜਿਹੜੀ ਹਰ ਸਾਲ ਸਰਕਾਰ ਦਿੰਦੀ ਹੈ ਉਹ 10,600 ਕਰੋੜ ਰੁਪਈਆ ਬਣ ਜਾਂਦੀ ਹੈ, ਜਿਹਦੇ ਵਿੱਚੋਂ 14.5 ਲੱਖ ਟਿਊਬਵੈੱਲਾਂ ਨੂੰ ਦਿੱਤੀ ਜਾਂਦੀ ਹੈ, ਐਗਰੀਕਲਚਰ ਸੈਕਟਰ ਨੂੰ ਦਿੱਤੀ ਜਾਂਦੀ ਹੈ ਤਕਰੀਬਨ ਮੋਟੇ ਤੌਰ 'ਤੇ 7000 ਕਰੋੜ ਰੁਪਏ ਦੀ। ਜਿਹੜੇ SCBCਆਂ ਨੂੰ ਫ੍ਰੀ ਯੂਨਿਟ ਦਿੱਤੇ ਜਾਂਦੇ ਆ, 200 ਯੂਨਿਟ ਪਰ ਮੰਥ ਦਿੱਤੇ ਜਾਂਦੇ ਨੇ, 1500 ਕਰੋੜ ਰੁਪਈਆ ਉਹਦਾ ਬਣ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਇੰਡਸਟਰੀ ਨੂੰ 5 ਰੁਪਏ ਯੂਨਿਟ ਦਿੱਤੀ ਜਾ ਰਹੀ ਹੈ, 1900 ਤੋਂ ਲੈ ਕੇ 2100 ਕਰੋੜ ਰੁਪਈਆ ਉਹਨਾਂ ਦਾ ਬਣ ਜਾਂਦਾ ਹੈਗਾ। ਤਾਂ ਸਰਕਾਰ ਸਬਸਿਡੀਆਂ ਤਾਂ ਦੇ ਰਹੀ ਹੈ, ਪਰ ਇਹ ਨਹੀਂ ਕਿ ਆਪਦੇ ਪੱਲਿਓਂ ਦੇ ਰਹੀ ਹੈ, ਉਹ ਵਸੂਲ ਵੀ ਲੋਕਾਂ ਤੋਂ ਰਹੀ ਹੈ। ਜੇ ਅੱਜ ਅਸੀਂ ਨਜ਼ਰ ਮਾਰੀਏ, ਸਾਡੇ ਦਰਸ਼ਕਾਂ ਨੂੰ ਵੀ ਅਸੀਂ ਦੱਸਣਾ ਚਾਹਾਂਗੇ ਕਿ ਇੰਡੀਆ 'ਚੋਂ ਮੈਨੂੰ ਲੱਗਦਾ ਹੈ ਕਿ ਇੱਕ ਅੱਧੀ ਸਟੇਟ ਨੂੰ ਛੱਡ ਕੇ ਤੇ ਸਭ ਤੋਂ ਵੱਧ ਜੇ ਟੈਕਸ ਬਿਜਲੀ 'ਤੇ ਹੈ ਤਾਂ ਉਹ ਪੰਜਾਬ ਦੇ ਵਿੱਚ ਹੈਗਾ। ਤਕਰੀਬਨ 20% ਜਿਹੜਾ ਟੈਕਸ ਹੈ ਉਹ ਪੰਜਾਬ ਦੇ ਵਿੱਚ ਇਲੈਕਟ੍ਰੀਸਿਟੀ ਤੋਂ ਸਰਕਾਰ ਨੂੰ ਆਉਂਦਾ ਹੈਗਾ, ਅਤੇ ਜਿਹਦੇ ਵਿੱਚ 13% ਹੈ ਜਿਹੜੀ ਇਲੈਕਟ੍ਰੀਸਿਟੀ ਡਿਊਟੀ ਬਣ ਜਾਂਦੀ ਹੈਗੀ ਹੈ। ਹਰ ਸਾਲ 4200 ਕਰੋੜ ਰੁਪਈਆ ਆਤਿਸ਼ ਜਿਹੜਾ ਟੈਕਸਾਂ ਦੇ ਰੂਪ ਦੇ ਵਿੱਚ ਸਰਕਾਰ ਹੈ ਬਿਜਲੀ ਖਪਤਕਾਰਾਂ ਤੋਂ ਵਸੂਲਦੀ ਹੈਗੀ ਹੈ। ਤਾਂ ਇੱਕ ਗੱਲ ਮੇਰੇ ਇਹ ਵੀ ਸਮਝਣੀ ਪੈਂਦੀ ਕਿ ਜਦੋਂ ਅਸੀਂ ਟੈਕਸ ਲਾਉਂਦੇ ਹੈਗੇ ਹਾਂ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ 2100 ਕਰੋੜ ਰੁਪਈਆ ਟੈਕਸ ਦਾ ਹਰ ਸਾਲ ਇੰਡਸਟਰੀ ਤੋਂ ਆਉਂਦਾ ਹੈ, ਤਾਂ ਅਸੀਂ ਇਹ ਮੰਨ ਰਹੇ ਹਾਂ ਕਿ ਸਾਡੀ ਇੰਡਸਟਰੀ ਹੈ ਜਿਹੜੀ ਅਮੀਰ ਹੈ,
ਅਸੀਂ ਉਹ 'ਤੇ ਟੈਕਸ ਲਾਇਆ, ਉਹ ਤੋਂ ਅਸੀਂ 2100 ਕਰੋੜ ਰੁਪਏ ਵਸੂਲ ਕਰ ਲਿਆ। ਦੂਸਰੀ ਤਰਫ ਅਸੀਂ ਉਹਨੂੰ 2100 ਕਰੋੜ ਰੁਪਏ ਸਬਸਿਡੀ ਦੇਤੀ। ਸਬਸਿਡੀ ਇਹ ਮੰਨ ਕੇ ਦੇਤੀ ਕਿ ਸਾਡੀ ਇੰਡਸਟਰੀ ਹੈ ਜਿਹੜੀ ਗਰੀਬ ਹੈ ਜਾਂ ਅਸੀਂ ਉਹਦੀ ਬਾਂਹ ਫੜਨੀ ਹੈਗੀ ਹੈ। ਅਸੀਂ ਇੱਕ ਹੱਥ ਤਾਂ ਅਸੀਂ ਟੈਕਸ ਵਸੂਲ ਰਹੇ ਹਾਂ, ਦੂਸਰੇ ਹੱਥ ਅਸੀਂ ਸਬਸਿਡੀ ਦੇ ਰਹੇ ਹਾਂ। ਚੰਗਾ ਹੋਵੇ ਸਰਕਾਰ ਜੇ ਅਗਰ ਸੱਚਮੁੱਚ ਬਿਜਲੀ ਸਸਤੀ ਕਰਨੀ ਚਾਹੁੰਦੀ ਹੈ ਤਾਂ ਆਪਣੇ ਟੈਕਸ ਘਟਾ ਦੇ। ਸਾਡਾ ਹਰਿਆਣਾ ਸਟੇਟ ਹੈ, ਹਿਮਾਚਲ ਹੈ, ਰਾਜਸਥਾਨ ਹੈ, ਇੱਧਰ ਵੈਸਟ ਬੰਗਾਲ ਹੈ, ਈਵਨ ਜਿਹੜੀ ਬਿਹਾਰ ਹੈ, ਉੱਥੇ 15% ਟੈਕਸ ਹੈ ਬਿਜਲੀ 'ਤੇ। ਸਭ ਤੋਂ ਮਹਿੰਗੀ ਬਿਜਲੀ ਹੈ ਜਿਹੜੀ ਟੈਕਸ ਹੈ ਜਿਹੜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਨੇ। ਮੈਨੂੰ ਲੱਗਦਾ ਕਮਰਸ਼ੀਅਲ ਦੇ ਵਿੱਚ ਵੀ ਦੇਖਣਾ ਹੋਵੇ ਤਾਂ ਗੁਜਰਾਤ ਇਹ ਤੋਂ ਅੱਗੇ ਹੈ, ਅਸੀਂ ਦੂਜੇ ਨੰਬਰ 'ਤੇ ਹੈਗੇ ਹਾਂ। ਤਾਂ ਸਾਨੂੰ ਪਤਾ ਨਹੀਂ ਲੱਗਦਾ 4200 ਕਰੋੜ ਰੁਪਈਆ ਕੋਈ ਛੋਟੀ ਅਮਾਊਂਟ ਨਹੀਂ ਹੁੰਦੀ, ਉਹ ਸਾਡੀ ਖਪਤਕਾਰਾਂ ਦੀ ਜੇਬ 'ਚੋਂ ਨਿਕਲਦਾ ਹੈ। ਅਤੇ ਅੱਗੇ ਪਾਵਰਕੌਮ ਨੂੰ ਦਿੱਤਾ ਵੀ ਨਹੀਂ ਜਾਂਦਾ ਪੂਰਾ, ਅਜੇ ਵੀ ਉਹਨਾਂ ਦੇ 7000 ਕਰੋੜ ਰੁਪਏ ਦੇ ਜਿਹੜੇ ਬਕਾਏ ਹੈ ਉਹ ਖੜੇ ਹੈ। ਇੱਕ ਸਾਡੀਆਂ ਸਰਕਾਰਾਂ ਇੱਕ ਬੜੀ ਗੱਲ ਕਹਿੰਦੀਆਂ, ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਜਿਹੜੀ ਬਿਜਲੀ ਖੇਤੀ ਸੈਕਟਰ ਨੂੰ ਜਿਹੜੀ ਬਿਜਲੀ ਮੁਫਤ ਹੈ ਉਹ ਇਕੱਲੀ ਪੰਜਾਬ 'ਚ ਦਿੱਤੀ ਜਾਂਦੀ ਹੈ। ਤਾਂ ਜਿੰਨੀ ਕਿ ਮੈਂ ਰਿਸਰਚ ਕੀਤੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ 5 ਸੂਬੇ ਨੇ ਜਿੱਥੇ ਬਿਜਲੀ ਐਗਰੀਕਲਚਰ ਨੂੰ ਫ੍ਰੀ ਦਿੱਤੀ ਜਾਂਦੀ ਹੈ। ਆਂਧਰਾ ਪ੍ਰਦੇਸ਼ ਆਪਣੇ ਕਿਸਾਨਾਂ ਨੂੰ ਫ੍ਰੀ ਬਿਜਲੀ ਦੇ ਰਿਹਾ ਹੈ, ਤੇਲੰਗਾਨਾ ਆਪਣੇ ਕਿਸਾਨਾਂ ਨੂੰ ਫ੍ਰੀ ਬਿਜਲੀ ਦੇ ਰਿਹਾ ਹੈ, ਕਰਨਾਟਕਾ ਸਟੇਟ ਦੇ ਰਹੀ ਹੈ, ਤਾਮਿਲਨਾਡੂ ਸਟੇਟ ਦੇ ਰਹੀ ਹੈ, ਪੰਜਾਬ ਦੇ ਰਿਹਾ ਹੈ। ਤਾਂ ਇਹਨੂੰ ਅਸੀਂ ਸਟ੍ਰੀਮਲਾਈਨ ਕਰਨਾ ਪਏਗਾ। ਬਾਕੀ ਸਟੇਟਾਂ ਵੀ ਦੇ ਰਹੀਆਂ, ਉੱਥੇ ਨਹੀਂ ਬਿਜਲੀ ਰੇਟ ਇੰਨੇ ਵਧੇ। ਤਾਂ ਅਸੀਂ ਕੀ ਹੈ ਕਿ ਸਿਰਫ ਚੋਣਾਂ ਦੇ ਮੌਕੇ ਇੱਦਾਂ ਦਾ ਕੋਈ ਲੋਲੀਪੌਪ ਦੇ ਦਿੰਦੇ ਹਾਂ, ਅਗਲੇ ਸਾਲ ਆ ਕੇ ਬੋਝ ਪੈ ਦਿੰਦੇ ਹਾਂ। ਲੋਕਾਂ ਨੂੰ ਲੱਗਦਾ ਕਿ ਸਾਡਾ ਕੋਈ ਭਲਾ ਹੋ ਰਿਹਾ। ਜਿਵੇਂ ਉਹ ਕਹਿੰਦੇ ਨੇ ਕਿ ਜਿਹੜੀਆਂ ਚੋਣਾਂ ਨੇ ਜਾਂ ਸਰਕਾਰ ਦੀ ਬਦਲੀ ਹੈ, ਜਿਵੇਂ ਅਰਥੀ ਨੂੰ ਮੋਢਾ ਦਿੰਦੇ ਹਾਂ, ਮੋਢਾ ਆਪਾਂ ਚੇਂਜ ਕਰ ਲੈਂਦੇ ਹਾਂ, ਮੋਢਾ ਬਦਲ ਲੈਂਦੇ ਹਾਂ ਅਰਥੀ ਨਾਲੋਂ, ਸਾਨੂੰ ਲੱਗਦਾ ਵਜਨ ਘਟ ਗਿਆ, ਪਰ ਵਜਨ ਘਟਿਆ ਨਹੀਂ ਹੁੰਦਾ। ਸੋ ਜੇ ਸਰਕਾਰ ਸਾਡੀ ਦਿਆਨਤਦਾਰ ਹੈ ਤਾਂ ਇਕੱਲੀਆਂ ਚੋਣਾਂ ਮੌਕੇ ਨਹੀਂ, ਉਹ ਪੂਰੇ 5 ਸਾਲ ਇੱਕ ਵੈਲਫੇਅਰ ਸਟੇਟ ਦੇ ਤੌਰ 'ਤੇ ਲੋਕਾਂ ਨੂੰ ਸੁੱਖ ਸਹੂਲਤਾਂ ਦੇਵੇ, ਕਿਉਂਕਿ ਲੋਕ ਉਹਦੇ ਲਈ ਪੇ ਕਰਦੇ ਨੇ, ਟੈਕਸ ਦਿੰਦੇ ਨੇ, ਅਤੇ ਲੋਕ ਵੀ ਆਸ ਕਰਦੇ ਨੇ ਕਿ ਉਹਨਾਂ ਨੂੰ ਬਿਜਲੀ ਵੀ ਸਸਤੀ ਮਿਲੇ, ਹੋਰ ਸੁੱਖ ਸਹੂਲਤਾਂ ਵੀ ਸਸਤੀ ਮਿਲਣ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।